ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਭਾਈ ਮਰਦਾਨਾ ਜੀ ਸ਼ਹਿਰ ਤੋਂ ਬਾਹਰ ਇੱਕ ਦਰਖਤ ਦੇ ਥੱਲੇ ਬੈਠੇ ਹੋਏ ਸਨ। ਭਾਈ ਮਰਦਾਨਾ ਜੀ ਆਖਦੇ ਨੇ, ਕਹਿੰਦੇ ਕਿ ਮੈਂ ਕੁਝ ਖਾਣ ਵਾਸਤੇ ਜਾਣਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਮਨਾ ਕਰਦੇ, ਪਰ ਫਿਰ ਵੀ ਸਤਿਗੁਰੂ ਦੇ ਕੋਲੋਂ ਆਗਿਆ ਲੈ ਕੇ ਭਾਈ ਮਰਦਾਨਾ ਜੀ ਚਲੇ ਜਾਂਦੇ। ਭਾਵੇਂ ਕਿ ਕਵੀ ਸੰਤੋਖ ਸਿੰਘ ਜੀ ਨੇ ਇੱਥੇ ਕਿਸੇ ਦਾ ਵੀ ਨਾਮ ਨਹੀਂ ਦਿੱਤਾ, ਲੇਕਿਨ ਭਾਈ ਵੀਰ ਸਿੰਘ ਕਹਿੰਦੇ ਨੇ ਨੂਰ ਸ਼ਾਹ ਜਾਦੂਗਰਨੀ ਸੀ, ਨਾਲ ਉਹਦੇ ਕੁਝ ਹੋਰ ਲੋਕ ਸਨ ਜਿਨ੍ਹਾਂ ਨੇ ਭਾਈ ਮਰਦਾਨਾ ਜੀ ਨੂੰ ਗੁਲਾਮ ਬਣਾ ਲਿਆ। ਗਲ ਵਿੱਚ ਧਾਗਾ ਪਾ ਕੇ, ਰੱਸਾ ਪਾ ਕੇ ਤੇ ਇੱਕ ਪਾਸੇ ਬੰਨ੍ਹ ਕੇ ਬਿਠਾ ਲਿਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਮਰਦਾਨਾ ਜੀ ਯਾਦ ਕਰ ਰਹੇ ਸਨ। ਸਤਿਗੁਰੂ ਫਿਰ ਉਹਦੇ ਬੰਧਨ ਕੱਟਣ ਵਾਸਤੇ, ਉਹਦੀਆਂ ਜੰਜੀਰਾਂ ਨੂੰ ਕੱਟਣ ਵਾਸਤੇ ਜਾਂਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੂਰ ਸ਼ਾਹ ਜਾਦੂਗਰ ਨੇ, ਜਿਹੜੇ ਉੱਥੋਂ ਦੇ ਹੋਰ ਲੋਕ ਸਨ, ਉਹਨਾਂ ਨੂੰ ਸੱਚ ਦਾ ਉਪਦੇਸ਼ ਦਿੰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਬਖਸ਼ਿਸ਼ ਕਰਕੇ ਫਰਮਾ ਰਹੇ ਸਨ ਕਿ ਆਹ ਜਿਹੜੇ ਤੁਸੀਂ ਤੰਤਰ ਮੰਤਰ ਫੋਕਟ ਕਰਮ ਹਨ ਜਿਨ੍ਹਾਂ ਵਿੱਚ ਤੁਸੀਂ ਪਏ ਹੋਏ ਹੋ, ਇਹਨਾਂ ਨੂੰ ਛੱਡ ਕੇ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਕਰੋ, ਚੇਤੇ ਕਰੋ। ਸਤਿਗੁਰੂ ਨੇ ਕਿਹਾ, ਇਹ ਮਨੁੱਖਾ ਜੀਵਨ ਨੂੰ ਸਫਲ ਬਣਾਉਣ ਦਾ ਯਤਨ ਕਰੋ। ਉਸ ਸਥਾਨ ਦੇ ਉੱਪਰ ਫਿਰ ਧਰਮਸ਼ਾਲ ਬਣਾਈ ਗਈ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਨੂੰ ਸੱਚ ਦਾ ਉਪਦੇਸ਼ ਦ੍ਰਿੜ ਕਰਵਾ ਕੇ ਅੱਗੇ ਨੂੰ ਤੁਰਦੇ ਹੈ। ਕਵੀ ਸੰਤੋਖ ਸਿੰਘ ਜੀ ਅੱਜ ਦੇ ਇਸ ਪ੍ਰਸੰਗ ਦੇ ਰਾਹੀਂ ਦਰਸਾ ਰਹੇ ਨੇ। ਲੜੀਵਾਰ ਇਤਿਹਾਸ ਦੀ ਵਿਚਾਰ ਨਾਲ ਜੁੜਨ ਦਾ ਯਤਨ ਕਰੀਏ। ਆਪ ਸੰਗਤ ਰਸਨਾ ਤੋਂ ਉਚਾਰਨ ਕਰਿਓ। ਸਾਰੇ ਆਖਿਓ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਕੀਨ ਪਿਆਨਾ, ਮੈਂ ਪੁਨ ਸੰਗ ਦੁਤੇ ਅਮਰਦਾਨਾ। ਕਵੀ ਸੰਤੋਖ ਸਿੰਘ ਕਹਿੰਦੇ ਨੇ, ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹ ਕਾਮ ਰੂਪ ਭਾਵ ਅਸਾਮ ਜਿਹੜਾ ਸੀ ਉੱਥੋਂ ਅੱਗੇ ਨੂੰ ਕੂਚ ਕੀਤਾ ਹੈ। ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਥੀ ਸਨ। ਦੇ ਕਰ ਕਿਤਕ ਥਾਨ ਉਪਦੇਸ਼ਾ, ਸਿਮਰੋ ਸਤਨਾਮ ਜਗਤੇਸ਼ਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿੱਥੇ ਜਿੱਥੇ ਵੀ ਗਏ, ਜਿਹੜੇ ਰਸਤਿਆਂ ਥਾਣੀ ਲੰਘੇ, ਜਿੰਨੇ ਸ਼ਹਿਰ ਆਏ, ਜਿੰਨੇ ਪਿੰਡ ਆਏ, ਉਹਨਾਂ ਲੋਕਾਂ ਨੂੰ ਸਤਿਗੁਰੂ ਨੇ ਸਤਨਾਮ ਦਾ ਉਪਦੇਸ਼ ਦਿੱਤਾ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਅੰਕਿਤ ਕੀਤਾ ਹੈ। ਉਹ ਕਹਿੰਦੇ, ਸਤਨਾਮ ਪੜ੍ਹ ਮੰਤਰ ਸੁਣਾਇਆ, ਕਲ ਤਾਰਨ ਗੁਰੂ ਨਾਨਕ ਆਇਆ। ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸਤਨਾਮ ਦਾ ਉਪਦੇਸ਼ ਦੇ ਕੇ ਇਸ ਮਾਨਵਤਾ ਨੂੰ, ਮਨੁੱਖਤਾ ਨੂੰ ਤਾਰਿਆ ਹੈ। ਇੱਥੇ ਕਵੀ ਸੰਤੋਖ ਸਿੰਘ ਕਹਿ ਰਹੇ ਨੇ ਕਿ ਸਤਿਗੁਰੂ ਨੇ ਸਤਨਾਮ ਦਾ ਉਪਦੇਸ਼ ਉਹਨਾਂ ਲੋਕਾਂ ਨੂੰ ਦਿੱਤਾ ਹੈ। ਗ੍ਰਾਮ ਨਗਰ ਸ਼ੁਭ ਮਗ ਪ੍ਰਗਟਾਵਾ, ਚਲਤ ਚਲਤ ਸਾਗਰ ਪੁਨਿਆਵਾ। ਜਿੰਨੇ ਵੀ ਰਸਤੇ ਵਿੱਚ ਪਿੰਡ ਆਉਂਦੇ ਸੀ, ਜਿਹੜੇ ਵੀ ਰਸਤੇ ਤੇ ਸਤਿਗੁਰੂ ਚੱਲਦੇ ਸੀ, ਉਹਨਾਂ ਸਾਰਿਆਂ ਨੂੰ ਸਤਿਗੁਰੂ ਸੱਚ ਦਾ ਉਪਦੇਸ਼ ਦਿੰਦੇ ਜਾਂਦੇ ਹਨ। ਜਾਏ ਪਏ ਠਾਂਡੇ ਤੇ ਤੀਰਾ, ਬੋਲੇ ਸ੍ਰੀ ਗੁਰੂ ਵਾਕ ਗੰਭੀਰਾ। ਕਵੀ ਸੰਤੋਖ ਸਿੰਘ ਕਹਿੰਦੇ, ਸਤਿਗੁਰੂ ਚੱਲਦੇ ਗਏ ਤੇ ਚਲਦਿਆਂ ਚਲਦਿਆਂ ਸਮੁੰਦਰ ਦਾ ਕੰਢਾ ਆ ਗਿਆ। ਭਾਵੇਂ ਕਿ ਅਸਾਮ ਜਿਹੜਾ ਹੈ ਉੱਥੋਂ ਸਮੁੰਦਰ ਬਹੁਤ ਦੂਰ ਹੈ, ਛੇਤੀ ਨੇੜੇ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਈ ਥਾਵਾਂ ਦੇ ਉੱਪਰ ਵਿਚਕਾਰ ਗਏ ਨੇ। ਜਦੋਂ ਗੁਰੂ ਨਾਨਕ ਸਾਹਿਬ ਇੱਥੋਂ ਤਲਵੰਡੀ ਤੋਂ ਤੁਰਦੇ ਨੇ, ਉਦੋਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਵੱਖ-ਵੱਖ ਥਾਵਾਂ 'ਤੇ, ਬਾਕੀ ਜਿੰਨੇ ਇਤਿਹਾਸਕਾਰ ਉਹ ਲਿਖਦੇ ਹਰਿਦੁਆਰ ਗਏ ਇਤਿਆਦਿਕ, ਸਤਿਗੁਰੂ ਅੱਗੇ ਅੱਗੇ ਸੱਚ ਦਾ ਉਪਦੇਸ਼ ਦਿੰਦੇ ਹੋਏ, ਇੱਥੇ ਸਿੱਧਾਣਾ ਚਰਚਾ ਕਰਦੇ ਹੋਏ, ਜੂਪੀ ਥਾਣੀ ਹੋ ਕੇ ਇੱਦਾਂ ਗਏ। ਪਰ ਕਵੀ ਸੰਤੋਖ ਸਿੰਘ ਜੀ ਹੋਣਾ ਨੇ ਇੱਥੇ ਵੀ ਜਦੋਂ ਤਲਵੰਡੀ ਤੋਂ ਚੱਲਦੇ ਸਿੱਧੇ ਅਸਾਮ ਦੇਸ਼ ਪਹੁੰਚ ਜਾਂਦੇ, ਔਰ ਇੱਥੋਂ ਅਸਾਮ ਤੋਂ ਵੀ ਸਿੱਧੇ ਸੰਗਲਾਦੀਪ ਨੂੰ, ਭਾਵ ਸਮੁੰਦਰ ਦੇ ਕੰਢੇ ਵਾਲੇ ਪਾਸੇ ਨੂੰ ਚੱਲ ਪਏ। ਬਾਕੀ ਸਾਰਾ ਕਵੀ ਸੰਤੋਖ ਸਿੰਘ ਹੋਣਾ ਨੇ ਕੇਵਲ ਇੰਨੀ ਗੱਲ ਕਹਿ ਕੇ ਨਿਬੇੜ ਦਿੱਤਾ ਹੈ ਕਿ ਸਤਿਗੁਰੂ ਲੰਮਾ ਪੈਂਡਾ ਤੈਅ ਕਰਕੇ ਸਮੁੰਦਰ ਦੇ ਕੰਢੇ 'ਤੇ ਪਹੁੰਚ ਜਾਂਦੇ ਨੇ, ਔਰ ਸਤਿਗੁਰੂ ਆਪਣੇ ਪਾਵਨ ਮੁਖਾਰ ਬਿੰਦ ਤੋਂ ਬੋਲਦੇ ਹਨ। ਮਾਲਾ
ਥਾਹਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਆ ਵੇਖ ਕਿੰਨਾ ਡੂੰਘਾ ਸਮੁੰਦਰ ਹੈ। ਇਹਦਾ ਤਲ ਦਾ ਪਾਵੇ ਦੀ ਡੂੰਘਾਈ ਜਿਹੜੀ ਹੈ, ਇਹਦਾ ਥੱਲੜਾ ਸਿਖਰ ਜਿਹੜਾ ਹੈ ਨਾ, ਉਹ ਵੀ ਕਿਤੇ ਨਜ਼ਰ ਨਹੀਂ ਆਉਂਦਾ, ਕਿਸੇ ਨੂੰ ਦਿਸਦਾ ਨਹੀਂ ਹੈ। ਜਾਨੁ ਭਾਵ ਚੈਤ ਹਮ ਮਨ ਮੈਂ, ਕਿਸ ਪ੍ਰਕਾਰ ਗਉਨੇ ਅਬ ਬਨ ਮੈਂ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਆਪਾਂ ਇਸ ਸਮੁੰਦਰ ਤੋਂ ਪਾਰ ਜਾਣਾ ਹੈ, ਇਸ ਸਮੁੰਦਰ ਨੂੰ ਲੰਘ ਕੇ ਜਾਣਾ ਹੈ। ਕਿਵੇਂ ਆਪਾਂ ਇਹ ਸਮੁੰਦਰ ਨੂੰ ਪਾਰ ਕਰਕੇ ਜਾ ਸਕਦੇ ਹਾਂ? ਨ ਕੋ ਅਬ ਜਾਏ ਜਹਾਜਾ, ਜਾਤੀ ਪਾਰ ਜਾਨੁ ਹੈ ਕਾਜਾ। ਕਹਿੰਦੇ ਕਿ ਨਾ ਤੇ ਕੋਈ ਨੇੜੇ ਜਹਾਜ਼ ਨਜ਼ਰ ਆ ਰਿਹਾ ਹੈ, ਨਾ ਹੀ ਸਾਡਾ ਕੋਈ ਹੋਰ ਕੰਮ ਬਣਦਾ ਨਜ਼ਰ ਆ ਰਿਹਾ ਹੈ। ਅਸੀਂ ਕਿਵੇਂ ਇਸ ਸਮੁੰਦਰ ਤੋਂ ਪਾਰ ਜਾਣਾ ਕਰੀਏ? ਸਿਆਣਾ ਕੁਛ ਮਸਲਤ ਕੀ ਦੀਜੈ, ਇਸ ਪ੍ਰਕਾਰ ਤੇ ਗਮਨ ਕਰੀਜੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਆਪਣੇ ਸਾਥੀਆਂ ਨੂੰ, ਮਰਦਾਨਾ ਜੀ, ਬਾਲਾ ਜੀ, ਤੁਸੀਂ ਕੋਈ ਚੰਗੀ ਸਲਾਹ ਜਿਹੜੀ ਹੈ ਨਾ ਉਹ ਦੱਸ ਦੇਣੀ ਕਰੋ, ਅਸੀਂ ਇਹ ਸਮੁੰਦਰ ਨੂੰ ਕਿਵੇਂ ਤਰ ਸਕਦੇ ਹਾਂ? ਸੁਣੀਏ ਸ੍ਰੀ ਅੰਗਦ ਗਤ ਦਾਨੀ। ਹਾਂਜੀ। ਸੁਣੀਏ ਸ੍ਰੀ ਅੰਗਦ ਗਤ ਦਾਨੀ, ਗੁਰ ਕੋ ਮੈਂ ਬੋਲਿਆ ਸਬਾਨੀ। ਕਵੀ ਸੰਤੋਖ ਸਿੰਘ ਕਹਿੰਦੇ ਮੈਂ ਤੁਹਾਨੂੰ ਇਹ ਇਤਿਹਾਸ ਦਰਸਾ ਰਿਹਾ ਹਾਂ, ਸੁਣਾ ਰਿਹਾ ਹਾਂ। ਉਹਨਾਂ ਦੋਵਾਂ ਸਾਥੀਆਂ ਨੇ ਹੱਥ ਜੋੜ ਕੇ ਮਹਾਰਾਜ ਨੂੰ ਅੱਗੋਂ ਬਚਨ ਕਹੇ ਹਨ। ਜੋ ਪਾਹਲੇ ਔਡ ਬੰਤੇ, ਤੁਮਰੇ ਬਾਚਨ ਤੇ ਤੂੰ ਤਰਮ ਸੁਤਰਮ ਤੇ। ਸਾਥੀ ਕਹਿਣ ਲੱਗੇ ਮਹਾਰਾਜ, ਜਿਹੜੇ ਪੱਥਰ ਵੀ ਪਾਣੀ ਵਿੱਚ ਡੁੱਬਦੇ ਹੋਣ ਨਾ, ਤੇ ਤੁਹਾਡੇ ਚਰਨਾਂ ਦੇ ਨਾਲ ਛੂਹ ਜਾਣ ਦੇ ਕਰਕੇ ਉਹ ਪੱਥਰ ਵੀ ਜਿਹੜੇ ਨੇ ਨਾ ਉਹ ਵੀ ਤਰਨ ਲੱਗ ਪੈਂਦੇ ਹਨ। ਗੁਰੂ ਏਗਰ ਸਾਗਰ ਪਰਤਾਰੇ, ਮਾਨਵ ਕੀ ਕਾ ਗੰਤ ਵਿਚਾਰੇ। ਸਾਥੀ ਕਹਿਣ ਲੱਗੇ ਮਹਾਰਾਜ, ਬੰਦਿਆਂ ਦੀ ਤੇ ਗੱਲ ਹੀ ਕੀ ਹੈ, ਜੇ ਤੁਸੀਂ ਚਾਹੋ ਨਾ ਤੇ ਇਹ ਵੱਡੇ ਵੱਡੇ ਪਹਾੜ ਜਿਹੜੇ ਆ ਉਹ ਵੀ ਸਮੁੰਦਰ ਦੇ ਉੱਪਰ ਤਰ ਸਕਦੇ ਹਨ। ਨਾਮ ਲੈ ਜੇ ਤੁਮ ਦਿਨ ਰਹਿਣਾ, ਸੇ ਭਉ ਲੰਗੇ ਦੁਖ ਸੁਖ ਚੈਨਾ। ਹੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਆਪ ਜੀ ਦਾ ਨਾਮ ਜਪਣ ਦੇ ਕਰਕੇ, ਨਾਮ ਲੈਣ ਦੇ ਕਰਕੇ ਇਸ ਭਵ ਸਾਗਰ ਨੂੰ ਸੌਖਿਆਂ ਹੀ ਤਰ ਜਾਈਦਾ ਹੈ। ਇਹ ਸਾਗਰ ਕਿਆ ਤਰਨ ਦਹੇਲਾ, ਤਾਰੋ ਭਉ ਜਲ ਭੂਰ ਸਹੇਲਾ। ਸਤਿਗੁਰੂ ਜੀ, ਇਹ ਸਮੁੰਦਰ ਜਿਹੜਾ ਹੈ ਇਹ ਸੌਖਾ ਹੀ ਤਰ ਸਕਦਾ ਹੈ। ਤੁਸੀਂ ਤੇ ਇਹ ਸੰਸਾਰ ਸਮੁੰਦਰ ਤੋਂ ਤਾਰਨ ਵਾਲੇ ਹੋ, ਫਿਰ ਇਹ ਕਿੰਨੇ ਕੁ ਆਪ ਜੀ ਦੇ ਸਾਹਮਣੇ ਕਿੱਡੀ ਕੋ ਕੋਈ ਵੱਡੀ ਗੱਲ ਹੈ। ਹੁਣ ਪ੍ਰਸੀਦ ਭੇਮੋ ਗਤ ਦਾਨੀ, ਬੋਲੇ ਪਰਮ ਮਨੋਹਰ ਬਾਣੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਬਚਨ ਜਦੋਂ ਸੁਣੇ, ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਸਾਥੀਆਂ ਨੂੰ ਇਹ ਪਾਵਨ ਬਚਨ ਕਹੇ ਹਨ। ਇਹ ਸ਼ਲੋਕ ਪਾਠ ਕਰ ਮੁਖ ਆਛੇ, ਆਓ ਗਮਨੇ ਹਮਰੇ ਪਾਛੇ। ਕਵੀ ਸੰਤੋਖ ਸਿੰਘ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ, ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਪਾਵਨ ਮੂਲ ਮੰਤਰ ਉਚਾਰਿਆ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੜ੍ਹਿਆ ਇੱਕ ਓੰਕਾਰ, ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਉਹ ਸਦੀਵੀ ਰਹਿਣ ਵਾਲਾ ਹੈ, ਸਾਰਿਆਂ ਵਿੱਚ ਬਿਰਾਜਮਾਨ ਹੈ, ਭਾਵ ਇੱਕ ਓੰਕਾਰ ਦੇ ਵਿੱਚ ਤਿੰਨ ਤਰ੍ਹਾਂ ਦੀਆਂ ਭਾਸ਼ਾਵਾਂ ਦਾ ਗਿਆਨ ਹੈ। ਇੱਕ ਸ਼ਬਦ ਜਿਹੜਾ ਉਹ ਗਣਿਤ ਦਾ ਏ, ਓੰਗ ਸ਼ਬਦ ਜਿਹੜਾ ਹੈ ਉਹ ਅੱਖਰੀ ਗਿਆਨ ਦਾ ਏ, ਕਾਰ ਜਿਹੜੀ ਹੈ ਉਹ ਜਮੈਟਰੀ ਭਾਸ਼ਾ ਨਾਲ ਸੰਬੰਧਿਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਕ ਓੰਕਾਰ ਸਤਿਨਾਮ ਜਦੋਂ ਇਹ ਮੂਲ ਮੰਤਰ ਪਾਵਨ ਉਚਾਰਨ ਕੀਤਾ, ਤੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹ ਪਾਵਨ ਬਚਨ ਆਪਣੇ ਮੁਖਾਰ ਬਿੰਦ ਤੋਂ ਉਚਾਰਨ ਕੀਤੇ, ਨਾਲ ਹੀ ਕਹਿ ਦਿੱਤਾ ਆਪਣੇ ਸਾਥੀਆਂ ਨੂੰ ਕਿ ਤੁਸੀਂ ਹੁਣ ਮੇਰੇ ਪਿੱਛੇ ਪਿੱਛੇ ਆ ਜਾਣਾ ਕਰੋ। ਆਸ ਕੇ ਸਾਗਰ ਪਰ ਗੁਰ ਖਾਨੀ, ਚਲੇ ਜਾ ਪਗ ਛੋੜ ਨਾ ਪਾਣੀ। ਕਵੀ ਸੰਤੋਖ ਸਿੰਘ ਕਹਿੰਦੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇੰਨੇ ਬਚਨ ਕਹਿ ਕੇ ਪਾਣੀ ਦੇ ਉੱਪਰ ਚੱਲ ਪਏ। ਮਗਰ ਮਗਰ ਦੋਨੇ ਸਾਥੀ ਜਿਹੜੇ ਸਨ ਉਹ ਵੀ ਚੱਲ ਪੈਂਦੇ ਹਨ। ਪਾਛੇ ਮੈਂ ਮਰਦਾਨਾ, ਤਿਉ ਹੀ ਕੀਨੇ ਹਮ ਪ੍ਰਸਥਾਨਾ। ਜਿੱਧਰ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਤੁਰੇ ਜਾ ਰਹੇ ਸਨ, ਉਧਰ ਨੂੰ ਦੋਨੋਂ ਸਾਥੀ ਮਗਰ ਸਤਿਗੁਰੂ ਦੇ ਤੁਰੇ ਜਾ ਰਹੇ ਸਨ। ਜੋ ਕਉ ਨ ਜਲਤੇ ਚਰਨਾ, ਕਰਨਾ ਕੀਨੀ ਤਾਰਨ ਤਰਨਾ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਕਿਰਪਾ ਦੇ ਨਾਲ ਕਹਿੰਦੇ ਕਿ ਉਹ ਜਿਹੜਾ ਪਾਣੀ ਸੀ ਉਹ ਛੂਹਿਆ ਤੱਕ ਨਹੀਂ, ਉਹ ਉੱਪਰ ਉੱਪਰ ਤੁਰੇ ਜਾ ਰਹੇ ਸਨ। ਪਹੁੰਚੇ ਥੇ ਇੱਕ ਟਾਪੂ, ਨਾਮ ਜਪਾਇਓ
ਸੰਕਟ ਖਾਪੂ। ਤੁਰੇ ਤੁਰੇ ਜਾਂਦਿਆਂ ਰਸਤੇ ਵਿੱਚ ਇੱਕ ਟਾਪੂ ਆਇਆ ਹੈ। ਹਾਲਾਂਕਿ ਟਾਪੂ ਦਾ ਨਾਮ ਵੀ ਦੱਸਿਆ ਹੋਇਆ ਕਵੀ ਸੰਤੋਖ ਸਿੰਘ ਜੀ ਨੇ ਕਿ ਨਾਗਾ ਬੰਦਰ ਜਿਹੜਾ ਉਹ ਟਾਪੂ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਜਾ ਕੇ ਪਹੁੰਚ ਜਾਂਦੇ ਆ, ਸਤਨਾਮ ਦਾ ਉਪਦੇਸ਼ ਦਿੰਦੇ ਆ। ਕਵੀ ਸੰਤੋਖ ਸਿੰਘ ਜੀ ਉਹਨਾਂ ਨੇ ਸਮੁੰਦਰ ਦੇ ਉੱਪਰ ਪੈਦਲ ਜਾਣ ਦਾ ਜ਼ਿਕਰ ਕੀਤਾ, ਲੇਕਿਨ ਬਾਕੀ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ ਕਿ ਸਤਿਗੁਰੂ ਇੱਕ ਸਮੁੰਦਰੀ ਜਹਾਜ਼ ਦੇ ਰਾਹੀਂ ਜਿਹੜਾ ਸਮੁੰਦਰ ਨੂੰ ਜਿਹੜਾ ਪਾਰ ਕਰਕੇ ਉਹ ਸੰਗਲਾਦੀਪ ਦੀ ਧਰਤੀ ਤੇ ਪਹੁੰਚਦੇ ਨੇ। ਸੰਗਲਾਦੀਪ ਉਹੀ ਹੈ ਜਿਹਨੂੰ ਅੱਜ ਕੱਲ੍ਹ ਸ਼੍ਰੀਲੰਕਾ ਜਿਹੜਾ ਉਹ ਕਿਹਾ ਜਾਂਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਇੱਦਾਂ ਇੱਕ ਟਾਪੂ ਦੇ ਉੱਪਰ ਪਹੁੰਚ ਜਾਂਦੇ ਹਨ। ਨਾਗਾ ਬੰਦਰ ਤਾਕੇ ਨਾਮ ਪੁਨਿਆ ਗੇ ਗਮਨੇ ਸੁਖਤਾਮ। ਨਾਗਾ ਬੰਦਰ ਜਿਹੜਾ ਸੀ ਉਹਦਾ ਨਾਮ ਸੀ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਮਹਾਰਾਜ ਉੱਥੇ ਜਾ ਕੇ ਪਹੁੰਚ ਜਾਂਦੇ ਹਨ। ਦੇਸ ਜੈ ਸੰਗਲਾਦੀਪਾ ਪਹੁੰਚੇ ਜਾਏ ਤਾਕੇ ਜਾਏ ਸਮੀਪਾ। ਕਹਿੰਦੇ ਹੁਣ ਇਸ ਸ਼ਹਿਰ ਇਸ ਦੇਸ਼ ਦਾ ਨਾਂ ਸੰਗਲਾਦੀਪ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਉਹਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਸਨ। ਰਾਜੇ ਕੀ ਆਰਾਧਨੇ ਕਰਕੇ ਗਏ ਦੇਸ਼ ਤੇ ਸੇਵ ਵਿਚਾਰ ਕੇ। ਜਿਹੜਾ ਉਥੋਂ ਦਾ ਰਾਜਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦਿਨ ਰਾਤ ਯਾਦ ਕਰ ਰਿਹਾ ਸੀ, ਚੇਤੇ ਕਰ ਰਿਹਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਉਹਨੂੰ ਭਾਗ ਲਾਉਣ ਵਾਸਤੇ ਉੱਥੇ ਪਹੁੰਚ ਜਾਂਦੇ ਹਨ। ਤੇ ਨਿਰਕੋਪ ਬਨਹੁਤੋ ਸ਼ੁਚਕ ਖਰੋਤੇ ਥਾਨ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਗਲਾਦੀਪ ਦੀ ਧਰਤੀ ਤੇ ਜਾ ਕੇ ਬਾਗ ਦੇ ਵਿੱਚ ਇੱਕ ਸੁੱਕਿਆ ਹੋਇਆ ਬਾਗ ਸੀ, ਉਹਦੇ ਵਿੱਚ ਜਾ ਕੇ ਉਤਾਰਾ ਕੀਤਾ। ਜਦੋਂ ਸਤਿਗੁਰੂ ਨੇ ਆਪਣੇ ਮੁਬਾਰਕ ਚਰਨ ਪਾਏ ਨੇ ਉਹ ਬਾਗ ਹਰਿਆ ਹੋ ਜਾਂਦਾ ਹੈ। ਜਦੋਂ ਸਤਿਗੁਰੂ ਉਸ ਪਾਵਨ ਅਸਥਾਨ ਦੇ ਉੱਪਰ ਜਾ ਕੇ ਸਤਿਗੁਰੂ ਬਿਰਾਜਮਾਨ ਹੁੰਦੇ ਨੇ, ਮਹਾਰਾਜ ਦੀ ਪਾਵਨ ਬਾਣੀ ਦਾ ਬਚਨ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਹਿਰਦੇ ਸੁੱਕ ਚੁੱਕੇ ਹੈ, ਜਿਨ੍ਹਾਂ ਦੇ ਅੰਦਰ ਦਾ ਅੰਮ੍ਰਿਤ ਜਿਹੜਾ ਉਹ ਸੁੱਕ ਚੁੱਕਾ ਹੈ, ਤੇ ਗੁਰੂ ਜਿਹੜਾ ਇੱਕ ਛਿਨ ਲਾਉਂਦਾ ਹੈ ਸੂਕੇ ਹਰੇ ਕੀਏ ਖਿਨ ਮਾਹੇ। ਇੱਕ ਖਿਨ ਦੇ ਵਿੱਚ ਉਹਨਾਂ ਦੇ ਸੁੱਕੇ ਹੋਏ ਹਿਰਦਿਆਂ ਨੂੰ ਹਰਿਆ ਭਰਿਆ ਕਰਨ ਦੀ ਸਮਰੱਥਾ ਰੱਖਦਾ ਹੈ ਗੁਰੂ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨ ਪਾਉਣ ਕਰਕੇ ਸਾਰਾ ਕੁਝ ਹਰਿਆ ਭਰਿਆ ਹੋ ਜਾਂਦਾ ਹੈ। ਕਮਲ ਜੈ ਥਾਂ ਪਾਈ ਸੁਕੇ ਬਿਪਤ ਹਰੇ ਹੋਏ ਆਈ। ਕਹਿੰਦੇ ਕਿ ਸਤਿਗੁਰੂ ਨੇ ਚਰਨ ਪਾਉਣ ਕਰਕੇ ਉਥੋਂ ਦੇ ਬ੍ਰਿਸ਼ ਜਿਹੜੇ ਸਨ ਉਹ ਵੀ ਹਰੇ ਕਰ ਦਿੱਤੇ ਹਨ। ਸ਼ਾਖਾ ਦਲ ਫਲ ਫੂਲਾ ਸੋਹਤ ਭਾਸਾ ਮਨ ਅਨਕੂਲਾ। ਕਹਿੰਦੇ ਉਹ ਟਾਹਣੀਆਂ ਬੜੀਆਂ ਸ਼ੋਭਨੀਕ ਹੋ ਗਈਆਂ, ਸੋਹਣੀਆਂ ਲੱਗਣ ਲੱਗ ਗਈਆਂ, ਫਲ ਤੇ ਫੁੱਲ ਬੜੇ ਸੋਹਣੇ ਲੱਗਣ ਲੱਗ ਜਾਂਦੇ ਹਨ। ਜਬੇ ਨਗਰ ਕੇ ਲੋਕਰ ਦੇਖਾ ਦੇ ਸਭਨਾ ਚਰਜ ਵਸੇਖਾ। ਜਦੋਂ ਫਿਰ ਸ਼ਹਿਰ ਦੇ ਲੋਕਾਂ ਨੇ ਇਹ ਹੈਰਾਨ ਕਰ ਦੇਣ ਵਾਲਾ ਕੌਤਕ ਵੇਖਿਆ ਹੈ, ਉਹ ਸਾਰੇ ਜਣੇ ਜਿਹੜੇ ਹੈਰਾਨ ਰਹਿ ਜਾਂਦੇ ਹਨ। ਇੱਦਾਂ ਦਾ ਕੌਤਕ ਉਹਨਾਂ ਨੇ ਪਹਿਲਾਂ ਕਦੇ ਵੀ ਨਹੀਂ ਸੀ ਤੱਕਿਆ। ਜਿਹੜਾ ਉਸ ਬਾਗ ਦਾ ਮਾਲੀ ਸੀ ਨਾ, ਉਸ ਬਾਗ ਦੇ ਮਾਲੀ ਨੇ ਜਿਉਂ ਹੀ ਖਬਰ ਸੁਣੀ ਉਹ ਦੌੜਿਆ ਹੋਇਆ ਆਇਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਉੱਪਰ ਆਣ ਕੇ ਆਪਣਾ ਸਿਰ ਨਵਾਉਂਦਾ ਹੈ। ਉਹ ਬਾਗ ਦਾ ਮਾਲੀ ਜਿਹੜਾ ਹੈ ਛੇਤੀ ਦੇ ਨਾਲ ਬੜਾ ਖੁਸ਼ ਹੋ ਕੇ ਦੌੜਿਆ। ਉਹ ਉਸੇ ਵਕਤ ਹੀ ਰਾਜੇ ਦੇ ਕੋਲ ਜਾ ਕੇ ਪਹੁੰਚ ਜਾਂਦਾ ਹੈ। ਜਾਏ ਸਭਾ ਮੈਂ ਗਿਆ ਉਚਾਰੀ ਸੁਨੋ ਬਾਤ ਭੂਪਤ ਮਮ ਸਾਰੀ। ਰਾਜਾ ਸਭਾ ਲਾ ਕੇ ਬੈਠਾ ਹੋਇਆ ਸੀ। ਸਭਾ ਦੇ ਵਿੱਚ ਜਾ ਕੇ ਉਹਨੇ ਰਾਜੇ ਨੂੰ ਸਾਰੀ ਗੱਲ ਜਿਹੜੀ ਹੈ ਨਾ ਉਹ ਦੱਸਣਾ ਕੀਤੀ ਹੈ। ਉਸ ਬਾਗ ਦੇ ਮਾਲੀ ਨੇ ਜਾ ਕੇ ਰਾਜੇ ਨੂੰ ਕਿਹਾ, ਰਾਜਨ ਮੇਰੀ ਗੱਲ ਸੁਣਨਾ ਕਰੋ। ਤੁਹਾਡੇ ਬਾਗ ਦੇ ਵਿੱਚ ਇੱਕ ਸ੍ਰੇਸ਼ਟ ਪੁਰਸ਼ ਆਇਆ ਹੈ, ਇੱਕ ਸੰਤ ਆਇਆ ਹੈ, ਜਿਹਦੇ ਦਰਸ਼ਨ ਕਰਨ ਦੇ ਨਾਲ ਨਿਹਾਲੋ ਨਿਹਾਲ ਹੋ ਜਾਈਦਾ ਹੈ। ਕਹਿੰਦੇ ਉਹਦੇ ਆਉਣ ਕਰਕੇ ਬਾਗ ਹਰਿਆ ਭਰਿਆ ਹੋ ਗਿਆ। ਜਿਹੜਾ ਦਰਸ਼ਨ ਕਰਦਾ ਉਹਦਾ ਮਨ ਹਰਿਆ ਹੋ ਜਾਂਦਾ ਹੈ, ਉਹ ਨਿਹਾਲ ਹੋ ਜਾਂਦਾ ਹੈ ਜਿਹੜਾ ਗੁਰੂ ਦੇ ਦੀਦਾਰੇ ਕਰਦਾ ਹੈ।
ਕਹਿੰਦੇ ਦੋ ਉਹਨਾਂ ਦੇ ਨਾਲ ਉਹਨਾਂ ਦੇ ਚੇਲੇ ਹਨ, ਦੋ ਉਹਨਾਂ ਦੇ ਸਿੱਖ ਹੈ। ਕੋਈ ਵੀ ਇੱਛਾ ਧਾਰਨ ਕਰਕੇ ਚੱਲਦਾ ਹੈ ਉਹਦੀ ਇੱਛਾ ਪੂਰੀ ਹੋ ਜਾਂਦੀ ਹੈ। ਤੁਸੀਂ ਵੀ ਆਪਣੇ ਮਨ ਦੀ ਇੱਛਾ ਧਾਰਨ ਕਰਕੇ ਮੇਰੇ ਨਾਲ ਚੱਲਣਾ ਕਰੋ। ਰਾਜੇ ਨੇ ਜਦੋਂ ਇਹ ਗੱਲ ਸੁਣੀ ਤੇ ਗੱਲ ਸੁਣ ਕੇ ਰਾਜਾ ਜਿਹੜਾ ਨਾ ਉਹ ਹੈਰਾਨ ਹੋ ਗਿਆ, ਖੁਸ਼ ਹੋਇਆ। ਲੱਗਦਾ ਹੈ ਜਿਹਨੂੰ ਮੈਂ ਦਿਨ ਰਾਤ ਯਾਦ ਕਰਦਾ ਸੀ, ਦਿਨ ਰਾਤ ਚੇਤੇ ਕਰਦਾ ਸੀ, ਲੱਗਦਾ ਉਹ ਐਸਾ ਪੈਗੰਬਰ, ਐਸਾ ਅਵਤਾਰ ਪੀਰ ਗੁਰੂ ਨਾਨਕ ਸਾਹਿਬ ਆ ਗਏ ਹਨ। ਪਰ ਫਿਰ ਵੀ ਉਹਨੇ ਪਰਖ ਕਰਨ ਵਾਸਤੇ ਆਪਣੇ ਮੰਤਰੀਆਂ ਨੂੰ ਆਪਣੇ ਕੋਲ ਬੁਲਾਇਆ ਹੈ। ਉਹਨੇ ਆਪਣੇ ਮੰਤਰੀ ਨੂੰ ਆਪਣੇ ਕੋਲ ਸੱਦ ਕੇ ਇਹ ਗੱਲ ਕਹੀ, ਜਾਓ ਉਸ ਸੰਤ ਦੇ ਕੋਲ ਜਾਣਾ ਕਰੋ। ਜੇ ਸ੍ਰੀ ਨਾਨਕ ਆਗਮ ਕੀ ਨਾ ਕਰੋ ਪਰਖ ਫਲ ਵਿਦ ਲਿਹੋ ਜੀਨਾ। ਕਹਿੰਦਾ ਵੇਖੋ ਜਾ ਕੇ ਪਹਿਲਾਂ ਕਿ ਇਹੀ ਨਾਨਕ ਹੈ, ਇਹੀ ਸੰਤ ਹੈ, ਇਹੀ ਅਸਲੀ ਹੈ। ਕਿਉਂਕਿ ਇਹਨਾਂ ਤੋਂ ਪਹਿਲਾਂ ਕਈ ਨਕਲੀ ਆਏ, ਕਈਆਂ ਨੇ ਆਣ ਕੇ ਇਸ ਗੱਲ ਦਾ ਦਾਅਵਾ ਕੀਤਾ ਅਸੀਂ ਨਾਨਕ ਹਾਂ। ਪਰ ਜਦੋਂ ਰਾਜਾ ਪਰਖ ਲੈਂਦਾ ਰਿਹਾ, ਸਾਰੇ ਦੇ ਸਾਰੇ ਜਿਹੜੇ ਸਨ ਉਹ ਉਸ ਪਰਖ ਦੇ ਵਿੱਚ ਫੇਲ ਹੋ ਜਾਂਦੇ ਰਹੇ। ਕੋਈ ਕਾਮ ਕਰਕੇ ਡੋਲ ਗਿਆ, ਕੋਈ ਧਨ ਦੌਲਤ ਕਰਕੇ ਡੋਲ ਗਿਆ, ਕੋਈ ਮਾਇਆ ਕਰਕੇ ਡੋਲ ਗਿਆ, ਕੋਈ ਕਿਸੇ ਚੀਜ਼ ਕਰਕੇ ਡੋਲ ਗਿਆ, ਕੋਈ ਕਿਸੇ ਕਰਕੇ। ਰਾਜਾ ਕਹਿਣ ਲੱਗਿਆ ਜਾਓ ਹੁਣ ਪਰਖ ਕਰਕੇ ਆਓ ਕਿ ਇਹੀ ਅਸਲੀ ਨਾਨਕ ਹੈ, ਅਸਲੀ ਸੰਤ ਪੁਰਸ਼ ਹੈ। ਹੁਣ ਜਿਹੜੇ ਮੰਤਰੀ ਦੀ ਡਿਊਟੀ ਲਾਈ ਰਾਜੇ ਨੇ, ਉਸ ਮੰਤਰੀ ਦਾ ਨਾਂ ਕਵੀ ਸੰਤੋਖ ਸਿੰਘ ਦੱਸ ਰਹੇ ਨੇ ਕਿ ਪਰਸ਼ੁਰਾਮ ਸੀ। ਉਹਨੇ ਰਾਜੇ ਦਾ ਹੁਕਮ ਸੁਣਿਆ, ਹੁਕਮ ਸੁਣ ਕੇ ਆਪਣੇ ਨਾਲ ਉਹਨੇ ਸੁੰਦਰ ਭੋਜਨ ਲਿਆ ਹੈ। ਬੜਾ ਸੋਹਣਾ ਪਕਵਾਨ ਤਿਆਰ ਕਰਕੇ ਭੋਜਨ ਤਿਆਰ ਕੀਤਾ ਹੈ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੇ ਪਾਸੇ ਨੂੰ ਤੁਰ ਪਿਆ, ਜਿੱਧਰ ਬਾਗ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸ਼ੋਭਾਏਮਾਨ ਸਨ। ਉਸ ਪਰਸ਼ੁਰਾਮ ਮੰਤਰੀ ਨੇ ਜਾ ਕੇ ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਨਮਸਕਾਰ ਕਰਕੇ ਉਹਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਭੋਜਨ ਰੱਖਿਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਭੋਜਨ ਰੱਖ ਕੇ ਮੰਤਰੀ ਕਹਿਣ ਲੱਗਿਆ, ਆ ਰਾਜੇ ਨੇ ਤੁਹਾਡੇ ਵਾਸਤੇ ਸੁੰਦਰ ਭੋਜਨ ਜਿਹੜਾ ਉਹ ਭੇਜਿਆ ਹੈ, ਤੁਸੀਂ ਇਸ ਭੋਜਨ ਨੂੰ ਛਕਣਾ ਕਰੋ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਗੋਂ ਪਾਵਨ ਪਵਿੱਤਰ ਬਚਨ ਆਖੇ ਹਨ। ਰਸ ਕਾ ਸਵਾਦ ਅਨੇਕ ਹੈ, ਬਿਖਰ ਮੀਠੀ ਚਾਖ, ਕਿਰਪਾ ਕਰੇ ਆਪਣੀ ਤਾਂ ਕੋ ਰਾਖੀ ਆਪ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਵਨ ਬਚਨ ਉਚਾਰਨ ਕਰਕੇ ਕਿਹਾ, ਆ ਜਿਹੜੇ ਰਸਾਂ ਕਸਾਂ ਵਾਲੇ ਮਿੱਠੇ ਸਵਾਦਲੇ ਭੋਜਨ ਹਨ ਇਹ ਜ਼ਹਿਰ ਦੇ ਬਰਾਬਰ ਹਨ। ਕਿਉਂਕਿ ਇਹਨਾਂ ਮਿੱਠੇ ਸਵਾਦਲੇ ਭੋਜਨਾਂ ਦੇ ਕਰਕੇ ਰਸਨਾ ਨੂੰ ਸਵਾਦ ਆਉਂਦਾ ਹੈ, ਪਰਮਾਤਮਾ ਭੁੱਲ ਜਾਂਦਾ ਹੈ। ਇਸ ਕਰਕੇ ਇਹ ਸਾਰੇ ਜਿਹੜੇ ਤੇਰੇ ਇਹ ਰਸਾਂ ਕਸਾਂ ਵਾਲੇ ਚੰਗੇ ਪਦਾਰਥ ਹਨ, ਭੋਜਨ ਹਨ, ਇਹ ਜ਼ਹਿਰ ਦੇ ਬਰਾਬਰ ਹੈ। ਕੇਵਲ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਪਰਮਾਤਮਾ ਦਾ ਨਾਮ ਹੈ ਜਿਹਦੇ ਵਿੱਚੋਂ ਮਹਾਰਸ ਆ ਸਕਦਾ ਹੈ। ਜਿਹਦੇ ਉੱਪਰ ਕਿਰਪਾ ਕਰੇ ਪਰਮਾਤਮਾ ਨੂੰ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ। ਇਸ ਕਰਕੇ ਆ ਤੇਰੇ ਕੇਵਲ ਤੇ ਕੇਵਲ ਰਸਾਂ ਵਾਲੇ ਭੋਜਨ ਜਿਹੜੇ ਹਨ ਇਹ ਜ਼ਹਿਰ ਦੇ ਬਰਾਬਰ ਹਨ, ਸਾਡੇ ਲਈ ਇਹ ਕਿਸੇ ਕੰਮ ਦੇ ਨਹੀਂ ਹਨ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਆ ਤੇਰੇ ਰਸ ਕਸਾਂ ਵਾਲੇ ਸਵਾਦਲੇ ਭੋਜਨ ਇਹਨਾਂ ਨੂੰ ਵਿਅਰਥ ਜਾਣਨਾ ਕਰ, ਇਹ ਕਿਸੇ ਕੰਮ ਦੇ ਨਹੀਂ ਹਨ। ਮੇਰੇ ਵਾਸਤੇ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਸ੍ਰੇਸ਼ਟ ਹੈ। ਸਤਿਗੁਰੂ ਕਹਿਣ ਲੱਗੇ, ਜਿਹੜਾ ਇਹ ਰਸਾਂ ਕਸਾਂ ਵਿੱਚ ਫਸ ਜਾਂਦਾ ਹੈ ਨਾ, ਜਿਹੜਾ ਸਵਾਦਾਂ ਦੇ ਵਿੱਚ ਫਸ ਜਾਂਦਾ ਹੈ, ਉਹ ਪਾਪਾਂ ਦਾ ਭਾਗੀ ਬਣ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਇਹ ਜਿਹੜੇ ਭੋਜਨ ਹੈ, ਪਦਾਰਥ ਹੈ, ਇਹ ਸਾਰੇ ਪਦਾਰਥ ਮਨੁੱਖ ਦੇ ਲਈ ਵਿਕਾਰਾਂ ਦਾ ਕੰਮ ਕਰਦੇ। ਮਹਾਰਾਜ ਨੇ ਪਾਵਨ ਬਾਣੀ ਵਿੱਚ
ਕਈ ਰਸਾਂ ਦਾ ਜ਼ਿਕਰ ਕੀਤਾ। ਰਸ ਸੋਇਨਾ, ਰਸ ਰੂਪਾ, ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਮਹਾਰਾਜ ਕਹਿੰਦੇ ਜਿਹੜੇ ਸਰੀਰ ਨੂੰ ਇੰਨੇ ਰਸ ਲੱਗੇ ਹੋਣ, ਸੋਨੇ ਦਾ ਰਸ, ਚਾਂਦੀ ਦਾ ਰਸ, ਚੰਗੇ ਮਕਾਨ ਦਾ ਰਸ, ਚੰਗੀ ਸੇਜ ਦਾ ਰਸ, ਇੰਨੇ ਰਸਾਂ ਦਾ ਵਿੱਚ ਪਿਆ ਹੋਇਆ ਬੰਦੇ ਦੇ ਅੰਦਰ ਨਾਮ ਕਿੱਥੋਂ ਆ ਸਕਦਾ? ਨਾਮ ਤੇ ਕਦੇ ਵੀ ਨਹੀਂ ਟਿਕਦਾ। ਤੇ ਇੱਥੇ ਵੀ ਫਿਰ ਕਵੀ ਸੰਤੋਖ ਸਿੰਘ ਕਹਿ ਰਹੇ ਨੇ, ਮਹਾਰਾਜ ਨੇ ਕਿਆ ਕਹਿਣ ਲੱਗੇ, ਜਿਹੜਾ ਰਸਾਂ ਵਿੱਚ ਪੈ ਗਿਆ ਉਹਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ। ਸੁਣ ਕੇ ਬਚ ਮੰਤਰੀ ਵਿਸਮਾਨਾ, ਬਹੁਰ ਗਮਨਿਓ ਨਿਕਟ ਸੁਰ ਜਾਨਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਇਹ ਪਾਵਨ ਬਚਨ ਮੰਤਰੀ ਨੇ ਸੁਣੇ, ਮੰਤਰੀ ਹੈਰਾਨ ਰਹਿ ਗਿਆ। ਉਸੇ ਵੇਲੇ ਦੁਬਾਰਾ ਫਿਰ ਉਹ ਰਾਜੇ ਦੇ ਕੋਲ ਜਾਂਦਾ ਹੈ। ਉਸ ਮੰਤਰੀ ਨੇ ਜਾ ਕੇ ਰਾਜੇ ਨੂੰ ਦੱਸਣਾ ਕੀਤਾ, ਰਾਜਨ ਜਿਹੜਾ ਸੰਤ ਪੁਰਸ਼ ਹੋਣ ਆਇਆ ਹੈ ਨਾ, ਉਹਨੂੰ ਸਵਾਦਾਂ ਦੇ ਨਾਲ ਕੋਈ ਮਤਲਬ ਨਹੀਂ, ਉਹ ਬੇਸਵਾਦਲਾ ਹੈ, ਉਹਨੂੰ ਨਹੀਂ ਇਹ ਰਸ ਕਸ ਵਾਲੇ ਤੇਰੇ ਭੋਜਨ ਚਾਹੀਦੇ, ਉਹਨੇ ਇਹ ਭੋਜਨ ਖਾਣ ਤੋਂ ਇਨਕਾਰ ਕਰ ਦਿੱਤਾ ਹੈ। ਹੁਣ ਰਾਜੇ ਨੇ ਅਗਲਾ ਹੁਕਮ ਜਾਰੀ ਕੀਤਾ, ਕਹਿਣ ਲੱਗਿਆ, ਮੰਤਰੀ ਜੇ ਰਸਾਂ ਦੇ ਉੱਪਰ, ਜੇ ਚੰਗੇ ਪਦਾਰਥਾਂ ਦੇ ਉੱਪਰ ਨਹੀਂ ਡੋਲਿਆ ਤੇ ਫਿਰ ਇੱਦਾਂ ਕਰੋ, ਤੁਸੀਂ ਸੁੰਦਰ ਨਾਰੀਆਂ ਨੂੰ ਨਾਲ ਲੈ ਕੇ ਜਾਣਾ ਕਰੋ। ਸੰਤ ਸਚਿਵ ਦੇ ਬੇਜਿਆ ਸੰਗਾ, ਜਿਨੇ ਬਲੋ ਕੇ ਲੱਜਤ ਨੰਗਾ। ਉਸ ਵਕਤ ਫਿਰ ਰਾਜੇ ਦਾ ਹੁਕਮ ਪਾ ਕੇ ਮੰਤਰੀ ਜਿਹੜਾ ਹੈ ਨਾ, ਆਪਣੇ ਨਾਲ ਇੱਕ ਇਸਤਰੀ ਨੂੰ ਲੈ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਵਾਲੇ ਪਾਸੇ ਨੂੰ ਤੁਰਦਾ ਹੈ। ਆਏ ਸਮੀਪ ਕਰੀ ਨਿਰਤਕਾਰੀ, ਕੈ ਮੰਤਰੀ ਭੇਟ ਤੁਮਾਰੀ। ਉਸ ਇਸਤਰੀ ਨੇ ਜਿਹਨੇ ਕਈ ਤਰ੍ਹਾਂ ਦੇ ਸ਼ਿੰਗਾਰ ਕੀਤੇ ਹੋਏ ਸਨ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਨਮੁਖ ਜਾ ਕੇ ਨਾਚ ਕਰਨਾ ਆਰੰਭ ਕੀਤਾ ਹੈ। ਮੰਤਰੀ ਕਹਿੰਦਾ ਹੈ, ਮਹਾਰਾਜ ਇਹ ਮੈਂ ਤੁਹਾਡੇ ਵਾਸਤੇ ਭੇਟਾ ਲੈ ਕੇ ਆਇਆ ਹਾਂ। ਪਠੀ ਭੂਪ ਹਿਰਦਾ ਹੁਲ ਸਾਮਨਾ, ਸੁਣ ਬੋਲੇ ਜਿਨਾ ਕੀਰਤ ਪਾਵਨ। ਉਸ ਵਕਤ ਫਿਰ ਜਦੋਂ ਉਹ ਮੰਤਰੀ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਜਾ ਕੇ ਉਸ ਵੇਸਵਾ ਇਸਤਰੀ ਨੂੰ ਲਿਜਾ ਕੇ ਨਾਚ ਕਰਵਾਉਂਦਾ ਹੈ, ਮਹਾਰਾਜ ਉਸ ਵਕਤ ਅੱਗੋਂ ਪਾਵਨ ਬਚਨ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕਰਦੇ ਹਨ। ਇਹ ਬਿਕ ਭਰੀਆਂ ਇਹ ਬਿਕ ਭਰੀਆਂ ਗੰਦਲਾਂ, ਧਰੀਆਂ ਖੰਡ ਲਿਵਾੜ, ਸੁੰਦਰ ਰੂਪ ਪਾਰ ਹੈ ਦੇਤੀ ਜਨਮ ਵਿਗਾੜ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਪਦੇਸ਼ ਦਿੰਦਿਆਂ ਕਿਹਾ, ਮੰਤਰੀ ਸੁਣ ਗੱਲ, ਇਹ ਜੋ ਕੁਝ ਸੰਸਾਰ ਦਾ ਜ਼ਹਿਰ ਨਜ਼ਰ ਆ ਰਿਹਾ ਹੈ ਨਾ, ਇੱਦਾਂ ਹੈ ਜਿਵੇਂ ਜ਼ਹਿਰ ਨੂੰ ਖੰਡ ਦੇ ਵਿੱਚ ਲਪੇਟ ਕੇ ਕੋਈ ਖਾ ਰਿਹਾ ਹੋਵੇ, ਵਿੱਚ ਜ਼ਹਿਰ ਹੋਵੇ, ਉੱਪਰ ਖੰਡ ਲੱਗੀ ਹੋਵੇ, ਬਾਹਰੋਂ ਬੜਾ ਸਵਾਦਲਾ ਲੱਗਦਾ ਹੋਵੇ। ਕਹਿੰਦੇ ਇਹ ਸੰਸਾਰ ਦੇ ਵਿਸ਼ੇ ਵਿਕਾਰ ਜਿਹੜੇ ਹਨ, ਇਹ ਜ਼ਹਿਰ ਜਿਹੜਾ ਹੈ ਖੰਡ ਦੇ ਵਿੱਚ ਲਪੇਟਿਆ ਹੋਇਆ, ਇਸ ਦੀ ਨਿਆਈ ਹੈ। ਜਿਹੜਾ ਮਨੁੱਖ ਇਹਨਾਂ ਚੀਜ਼ਾਂ ਵਿੱਚ ਫਸ ਜਾਂਦਾ ਹੈ, ਆਪਣੇ ਮਨੁੱਖਾ ਜਨਮ ਨੂੰ ਵਿਗਾੜ ਲੈਂਦਾ ਹੈ, ਆਪਣੇ ਮਨੁੱਖਾ ਜਨਮ ਨੂੰ ਭ੍ਰਿਸ਼ਟ ਕਰ ਲੈਂਦਾ ਹੈ। ਸਤਿਗੁਰੂ ਕਹਿਣ ਲੱਗੇ, ਕਹਿੰਦੇ ਦੁਰਗੰਧ ਭਾਵ ਇੱਕ ਸੁਗੰਧ ਹੁੰਦੀ ਹੈ, ਚੰਗੀ ਵਾਸ਼ਨਾ, ਦੁਰਗੰਧ ਮਾੜੀ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹ ਦੁਰਗੰਧ ਦਾ ਭਾਂਡਾ ਹੈ, ਮਾੜਾ ਭਾਂਡਾ ਹੈ। ਸਤਿਗੁਰੂ ਕਹਿਣ ਲੱਗੇ, ਜਿਹੜਾ ਇਸ ਦੇ ਵਿੱਚ ਪੈ ਗਿਆ, ਜਿਹੜਾ ਇਹਨੂੰ ਛੂੰਹਦਾ ਹੈ, ਸੱਚ ਜਾਣਿਓ ਉਹਦਾ ਜਨਮ ਭ੍ਰਿਸ਼ਟ ਹੋ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ, ਇਹ ਜਮਾਂ ਦੇ ਘਰ ਵਿੱਚ ਲੈ ਜਾਂਦੀ ਹੈ। ਇਹ ਵਕਾਰ ਜਿਹੜੇ ਹਨ ਬੰਦੇ ਨੂੰ ਜਮਾਂ ਦੇ ਵਸ ਪਾ ਦਿੰਦੇ ਹਨ। ਸੱਚਮੁੱਚ ਸਤਿਗੁਰੂ ਦੀ ਸਮੁੱਚੀ ਗੁਰਬਾਣੀ ਇਸੇ ਗੱਲ ਦੇ ਉੱਪਰ ਬਾਰ-ਬਾਰ ਆਧਾਰਿਤ ਕਰਕੇ ਮਹਾਰਾਜ ਨੇ ਕਹੀ, ਜਿਹੜਾ ਵਕਾਰਾਂ ਦੇ ਵਿੱਚ ਗਰਸ ਜਾਂਦਾ ਹੈ, ਡਿੱਗ ਜਾਂਦਾ ਹੈ, ਮਹਾਰਾਜ ਕਹਿੰਦੇ ਨੇ ਸੱਚ ਜਾਣਿਓ ਉਹ ਜਮਾਂ ਦੇ ਵਸ ਪੈ ਜਾਂਦਾ ਹੈ। ਉਸ ਵਕਤ ਫਿਰ ਮੰਤਰੀ ਜਿਹੜਾ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨਮਸਕਾਰ ਕਰਦਾ ਹੈ। ਨਮਸਕਾਰ ਕਰਕੇ ਫਿਰ ਦੁਬਾਰਾ ਰਾਜੇ ਦੇ ਕੋਲ ਚਲਿਆ ਜਾਂਦਾ ਹੈ।
ਜਾ ਕੇ ਮੰਤਰੀ ਨੇ ਕਿਹਾ, ਰਾਜਨ ਗੁਰੂ ਨਾਨਕ ਸਾਹਿਬ ਮਹਾਰਾਜ ਭਾਵ ਜਿਹੜਾ ਸੰਤ ਪੁਰਸ਼ ਆਇਆ ਹੈ ਨਾ, ਉਹ ਇਹਨਾਂ ਵਕਾਰਾਂ ਦੇ ਵਿੱਚ ਵੀ ਨਹੀਂ ਡਿੱਗਦਾ, ਭਾਵ ਉਹ ਤੇ ਇੰਨਾ ਪਵਿੱਤਰ ਹੈ, ਉਹਦੇ ਬਚਨਾਂ ਦੇ ਨਾਲ ਹੀ ਮਨ ਨੂੰ ਮੰਨ ਲਓ ਸਕੂਨ ਮਿਲ ਜਾਂਦਾ ਹੈ। ਪਰਸ਼ੁਰਾਮ ਕੇ ਕਹੇ ਵਨੀ ਪਾਵਲੇ ਭੌਰੇ ਜਾਏ ਸਮੀਪਾ। ਉਸੇ ਵੇਲੇ ਮੰਤਰੀ ਪਰਸ਼ੁਰਾਮ ਕਹਿਣ ਲੱਗਿਆ, ਕਹਿੰਦਾ ਰਾਜਨ ਜਾਓ ਤੁਸੀਂ ਆਪ ਜਾ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੱਗੇ ਕੀਮਤੀ ਭੇਟਾਵਾਂ ਰੱਖਣੀਆਂ ਕਰੋ। ਭੂਖਨ ਬਸਨ ਸੁਹਾਏ ਦੇਵੋ ਤਿਨ ਕੇ ਮਨ ਲਲਚਾਏ। ਕਹਿਣ ਲੱਗੇ ਕਿ ਜਾਓ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਲੈ ਕੇ ਜਾਓ, ਮਨ ਵਿੱਚ ਹੁਣ ਕਿਸੇ ਵੀ ਪ੍ਰਕਾਰ ਦਾ ਤੁਸੀਂ ਭਰਮ ਜਿਹੜਾ ਉਹ ਨਾ ਰੱਖਣਾ ਕਰੋ। ਅੰਦਰ ਭੂਖਨ ਬਸਨ ਸੁਹਾਏ ਜੇਲੇ ਮੰਤਰੀ ਭੂਖਨ ਪਟਰੂਰੇ ਆਏ ਧਰਿਆ ਗੇ ਗੁਰਪੂਰੇ। ਹੁਣ ਮੰਤਰੀ ਨੇ ਉਸੇ ਵੇਲੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਦੁਬਾਰਾ ਆਇਆ। ਰਾਜੇ ਨੇ ਕਿਹਾ, ਕਹਿੰਦਾ ਕਿ ਦੇਖੋ ਜੇਕਰ ਪਹਿਲਾਂ ਸਾਰਿਆਂ ਤੋਂ ਭੋਜਨ ਭੇਜਿਆ, ਇਸਤਰੀਆਂ ਭੇਜੀਆਂ, ਜੇ ਨਹੀਂ ਤੇ ਹੁਣ ਤੁਸੀਂ ਆਪਣੇ ਸੋਹਣੇ ਬਸਤਰ ਲੈ ਕੇ ਜਾਓ। ਗੁਰੂ ਨਾਨਕ ਸਾਹਿਬ ਮਹਾਰਾਜ ਦੇ ਕੋਲ ਮੰਤਰੀ ਜਿਹੜਾ ਇਹਨਾਂ ਸੋਹਣੇ ਬਸਤਰ ਲੈ ਕੇ ਆਇਆ, ਸੋਹਣੇ ਕੱਪੜੇ ਲਿਆ ਕੇ ਉਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਾਹਮਣੇ ਰੱਖ ਦੇਣਾ ਕੀਤੇ ਹਨ। ਹਾਂਜੀ, ਲਿਓ ਭੇਟੇ ਭੂਖ ਪਠਾਈ ਦੇਖ ਸ੍ਰੀ ਗੁਰੂ ਗਿਰਾਏ ਲਾਈ। ਫਿਰ ਆਣ ਕੇ ਰਾਜੇ ਦੇ ਭੇਜੇ ਹੋਏ ਉਸ ਮੰਤਰੀ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹਾ, ਕਹਿੰਦਾ ਇਹ ਰਾਜੇ ਨੇ ਤੁਹਾਡੇ ਵਾਸਤੇ ਭੇਟਾ ਭੇਜੀ ਹੈ, ਭਾਵ ਬੜੇ ਸੋਹਣੇ ਕੱਪੜੇ ਜਿਹੜੇ ਇਹ ਤੁਹਾਡੇ ਵਾਸਤੇ ਜਿਹੜੇ ਭੇਜਣਾ ਕੀਤੇ ਹਨ। ਕਾਇਆ ਕੱਪੜ ਕੂੜ ਹੈ ਇਨਕੋ ਦੇਖ ਨ ਭੁੱਲ, ਸੋਨਾ ਰੂਪਾ ਮਾਲ ਧਨ ਆਈ ਨਰਕੇ ਮੂਲ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੱਗੋਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦਿਆਂ ਕਿਹਾ, ਕਹਿੰਦੇ ਇਹ ਜਿਹੜੇ ਭਾਵ ਬਾਹਰੀ ਤੌਰ ਦੇ ਉੱਪਰ ਆਪਾਂ ਕੱਪੜੇ ਪਹਿਨਦੇ ਹਾਂ, ਇਹ ਵੀ ਆ ਜਿਹੜੀ ਕਾਇਆ ਹੈ, ਸਰੀਰ ਹੈ, ਇਹ ਵੀ ਸਾਰਾ ਕੁਝ ਝੂਠ ਦੇ ਸਮਾਨ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਇਹਨਾਂ ਵਿੱਚ ਪੈ ਕੇ ਅਕਾਲ ਪੁਰਖ ਵਾਹਿਗੁਰੂ ਨੂੰ ਭੁਲਾ ਦਿੰਦਾ ਹੈ, ਉਹ ਨਰਕਾਂ ਦੇ ਵਿੱਚ ਦਾ ਜਿਹੜਾ ਧਾਰਨੀ ਬਣ ਜਾਂਦਾ ਹੈ। ਆ ਬਾਹਰੀ ਤੌਰ ਦੇ ਉੱਪਰ ਸਾਡੇ ਬਸਤਰ ਇਤਿਆਦਿਕ ਸਰੀਰ ਜਿਹੜਾ ਹੈ ਇਹ ਵੀ ਇੱਕ ਕੱਪੜੇ ਦੀ ਤਰ੍ਹਾਂ ਹੈ। ਮਹਾਰਾਜ ਨੇ ਬਾਣੀ ਵਿੱਚ ਕਿਹਾ, ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣ, ਇਹ ਵੀ ਇੱਕ ਕੱਪੜੇ ਦੀ ਤਰ੍ਹਾਂ ਹੈ। ਤੇ ਸਤਿਗੁਰੂ ਦੀ ਪਾਵਨ ਬਾਣੀ ਨੇ ਕਿਹਾ, ਮਹਾਰਾਜ ਕਹਿੰਦੇ ਨੇ ਇਹ ਸਾਰਾ ਕੁਝ ਕੂੜ ਹੈ, ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਇਹ ਸਾਰਾ ਕੁਝ ਝੂਠ ਦੀ ਨਿਆਈ ਹੈ। ਸਤਿਗੁਰੂ ਕਹਿੰਦੇ ਇਹਨਾਂ ਵਿੱਚ ਪੈ ਕੇ ਜਿਹੜਾ ਭੁੱਲ ਜਾਂਦਾ ਹੈ ਨਾ, ਉਹ ਨਰਕਾਂ ਦਾ ਭਾਗੀ ਬਣ ਜਾਂਦਾ ਹੈ। ਸਤਿਗੁਰੂ ਕਹਿਣ ਲੱਗੇ ਇਹ ਆਤਮਾ ਦੇ ਉੱਪਰ ਸਰੀਰ ਵੀ ਇੱਕ ਕੱਪੜੇ ਦੀ ਤਰ੍ਹਾਂ ਹੈ, ਇਹ ਵੀ ਸਾਰਾ ਕੁਝ ਝੂਠਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਮੰਤਰੀ ਆ ਤੇਰੇ ਜਿਹੜੇ ਕੱਪੜੇ ਤੂੰ ਲਈ ਫਿਰਦਾ ਸਾਡੇ ਕਿਸੇ ਕੰਮ ਦੇ ਨਹੀਂ, ਜਾ ਜਾ ਕੇ ਇਹ ਵੀ ਆਪਣੇ ਰਾਜੇ ਨੂੰ ਵਾਪਸ ਕਰ ਦੇਣਾ ਕਰ। ਇਹ ਗੱਲ ਸੁਣ ਕੇ ਮੰਤਰੀ ਜਿਹੜਾ ਰਾਜੇ ਦੇ ਕੋਲ ਜਾਂਦਾ ਹੈ ਤੇ ਜਾ ਕੇ ਰਾਜੇ ਨੂੰ ਇਉਂ ਆਖਦਾ ਹੈ, ਉਹਨੇ ਕਹਿ ਦਿੱਤਾ, ਕਹਿਣ ਲੱਗਿਆ ਕਿ ਇਹ ਜਿਹੜਾ ਰਾਜਨ ਇਹ ਫਕੀਰ ਆਇਆ ਹੈ, ਇਹ ਬੜਾ ਹੀ ਸ਼ਰੀਫ ਦੀ ਨਿਆਈ ਹੈ, ਸੱਚ ਦੇ ਉੱਪਰ ਪਹਿਰਾ ਦੇਣ ਵਾਲਾ ਹੈ। ਤੇ ਸੱਚ ਇਹ ਹੈ ਕਿ ਇਹ ਜਿਹੜਾ ਫਕੀਰ ਹੈ ਨਾ, ਇਹਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਲਾਲਚ ਨਹੀਂ ਹੈ, ਇਹਨੇ ਤੇਰੇ ਦਿੱਤੇ ਹੋਏ ਕੱਪੜੇ ਜਿਹੜੇ ਹਨ ਉਹ ਵੀ ਸਵੀਕਾਰ ਨਹੀਂ ਕਰਨਾ ਕੀਤੇ। ਗੁਰੂ ਨਾਨਕ ਸਾਹਿਬ ਮਹਾਰਾਜ ਜੋ ਕੁਝ ਵੀ ਰਾਜੇ ਨੇ ਭੇਜਿਆ ਉਹਨੂੰ ਪ੍ਰਵਾਨ ਨਹੀਂ ਕਰਦੇ।